जिस विषय ਨੂੰ ਲੈ ਕੇ ਅੱਜ ਤੁਹਾਡੇ ਨਾਲ ਰੂਬਰੂ ਹੋਇਆ ਉਹ ਵਿਸ਼ਾ ਹੈ ਸਮਾਜ ਸੁਧਾਰ, ਨਸ਼ਿਆਂ ਤੇ ਬੁਰੀ ਸੰਗਤ ਦਾ ਤਿਆਗ। ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਹੋ ਸਕਦੀਆਂ ਨੇ ਜਾਂ ਹਰ ਸਮਾਜ ਦੇ ਵਿੱਚ ਬੁਰਾਈਆਂ ਹੁੰਦੀਆਂ ਹਨ, ਪਰੰਤੂ ਸਮਾਜ ਸੁਧਾਰ ਅਸੀਂ ਕਰਨਾ ਹੁੰਦਾ ਹੈ, ਆਪਣੀ ਸੋਚ ਨਾਲ ਕਰਨਾ ਹੁੰਦਾ ਹੈ। ਉਸ ਲਈ ਬਹੁਤ ਲਾਜ਼ਮੀ ਹੈ, ਬਹੁਤ ਮਹੱਤਵਪੂਰਨ ਹੈ ਕਿ ਸਾਡੀ ਸੋਚ ਸੁਧਾਰਕ ਹੋਵੇ। ਕਿਸੇ ਵੀ ਸਮਾਜ ਦੇ ਸੁਧਾਰ ਕਰਨ ਦੇ ਲਈ ਬਹੁਤ ਸਾਰੇ ਪਹਿਲੂ ਕਾਰਗਰ ਹੁੰਦੇ ਨੇ, ਪਰ ਉਹਨਾਂ ਦੇ ਵਿੱਚ ਸੁਧਾਰਕ ਦ੍ਰਿਸ਼ਟੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਜੋ ਦੇਖਦੇ ਹਾਂ ਆਲਾ ਦੁਆਲਾ ਚੌਗਿਰਦਾ, ਉਸ ਵਿੱਚ ਬੁਰਾਈਆਂ ਨੂੰ ਦੂਰ ਕਰਨਾ, ਬੁਰਾਈਆਂ ਦਾ ਸਾਹਮਣਾ ਕਰਨਾ ਤੇ ਬੁਰਾਈਆਂ ਤੋਂ ਦੂਰ ਰਹਿਣਾ, ਆਪਣੇ ਸਾਥੀਆਂ ਨੂੰ ਵੀ ਦੂਰ ਰੱਖਣਾ, ਇਹ ਸਾਡਾ ਪਹਿਲਾ ਮਨੋਰਥ ਹੋਣਾ ਚਾਹੀਦਾ ਹੈ। ਪਰੰਤੂ ਇਸ ਮਨੋਰਥ ਦੀ ਸਫਲਤਾ ਸਾਡੀ ਉਸ ਸੋਚ ਦੁਆਲੇ ਕੇਂਦਰਿਤ ਹੈ, ਜਿਹੜੀ ਸੋਚ ਸਮਾਜ ਦੇ ਸੁਧਾਰ ਦੀ ਦ੍ਰਿਸ਼ਟੀ ਨਾਲ ਸੰਬੰਧਿਤ ਹੈ। ਜਾਂ ਅਸੀਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਕਿ ਇਹ ਉਹ ਸੋਚ ਹੈ ਜਿਹੜੀ ਸਮਾਜ ਸੁਧਾਰ ਦੇ ਆਸ਼ੇ ਨਾਲ ਸੰਬੰਧਿਤ ਹੈ। ਇਹ ਸੋਚ ਹਰ ਵਿਅਕਤੀ ਵਿੱਚ ਹੋਣੀ ਚਾਹੀਦੀ ਹੈ। ਭਾਵੇਂ ਇਹ ਵਿਸ਼ਾ ਅਸੀਂ ਨਸ਼ਿਆਂ ਦੇ ਸੰਦਰਭ ਦੇ ਵਿੱਚ ਲਿਆ ਹੈ, ਪਰੰਤੂ ਇੱਕ ਵੀਡੀਓ ਕਲਿੱਪ ਮੈਂ ਤੁਹਾਨੂੰ ਦਿਖਾ ਰਿਹਾ, ਉਹ ਇਸ ਵਿਸ਼ੇ ਨਾਲ ਸੰਬੰਧਿਤ ਹੈ ਕਿ ਸਮਾਜ ਦੇ ਵਿੱਚ ਚਾਹੇ ਅਸੀਂ ਗਰੀਬੀ ਦੇਖਦੇ ਹਾਂ, ਚਾਹੇ ਭੁੱਖ ਦੇਖਦੇ ਹਾਂ, ਚਾਹੇ ਨਸ਼ੇ ਦੇਖਦੇ ਹਾਂ, ਚਾਹੇ ਕਿਸੇ ਲੋੜਵੰਦ ਦੀ ਕੋਈ ਸਮੱਸਿਆ ਦੇਖਦੇ ਹਾਂ, ਤਾਂ ਉੱਥੇ ਸਾਡਾ ਵਿਵਹਾਰ ਤੇ ਸਾਡੀ ਸੋਚ ਸੁਧਾਰਕ ਹੋਣੀ ਚਾਹੀਦੀ ਹੈ। ਜ਼ਿੰਦਗੀ ਦੀ ਕਾਮਯਾਬੀ ਦੇ ਵਿੱਚ ਸਿਹਰਾ, ਸਫਲਤਾ ਦਾ ਸਿਹਰਾ ਤਾਂ ਮਹੱਤਵਪੂਰਨ ਹੈ ਜੇਕਰ ਅਸੀਂ ਹਮਦਰਦ ਹੋ ਕੇ ਵਿਚਰਦੇ ਹਾਂ, ਇਨਸਾਨ ਨੂੰ ਇਨਸਾਨ ਸਮਝਦੇ ਹਾਂ, ਇਨਸਾਨੀਅਤ ਦੀ ਭਾਵਨਾ ਰੱਖਦੇ ਹਾਂ। ਆਓ ਪਹਿਲਾਂ ਇਸ ਵੀਡੀਓ ਕਲਿੱਪ ਨੂੰ ਦੇਖੀਏ ਕਿ ਇਹ ਜਿਹੜੀ ਸੁਧਾਰਕ ਦ੍ਰਿਸ਼ਟੀ ਹੈ, ਸੁਧਾਰਕ ਦ੍ਰਿਸ਼ਟੀਕੋਣ ਹੈ, ਸੁਧਾਰਕ ਸੋਚ ਹੈ, ਕਿਸ ਤਰ੍ਹਾਂ ਦੀ ਹੁੰਦੀ ਹੈ। ਆਓ ਦੇਖੀਏ। ਸ਼ਰਮਾ ਸਾਹਿਬ, 4ਵੇ ਦਾ ਮਸਲਾ ਹੈ। ਹਾਂਜੀ, ਤੇ 4ਵੇ ਵੀ ਜਿਹੜਾ ਆ ਇਹ ਕੋਈ ਛੋਟਾ ਨਹੀਂ ਹੈ ਸਾਡੇ ਲਈ। ਬਿਲਕੁਲ ਸਰ, ਜਿੱਦਾਂ ਤੁਸੀਂ ਕਹਿ ਰਹੇ ਹੈਗੇ ਹੋ, ਆਪਣੇ ਕੋਲ ਬਜਟ ਥੋੜਾ ਤਾਂ ਹੈ ਨਹੀਂ, 80 ਕਰੋੜ ਹੈ, ਬਹੁਤ ਹੈਗਾ। ਬਿਲਕੁਲ। ਪਰ ਸਾਨੂੰ ਲੱਗਦਾ ਹੈ ਕਿ ਜਿਹੜਾ 80 ਕਰੋੜ ਆ ਸਾਨੂੰ ਚੰਗੇ ਲੇਖੇ ਲਾਣਾ ਚਾਹੀਦਾ। ਬਿਲਕੁਲ। ਇਹ ਜਿਹੜੇ ਰੋਡ ਪਹਿਲਾਂ ਬਣੇ ਆ ਅਸੀਂ ਦੇਖੇ ਹੀ ਨੇ। ਬਿਲਕੁਲ, ਤੇ ਬੜਾ ਸਾਨੂੰ ਗਹਿਰਾਈ ਦੇ ਨਾਲ ਦੇਖਣਾ ਪਊਗਾ ਕਿ ਇਹ ਜਿਹੜਾ ਰੋਡ ਆ ਉਹ ਅੱਛੇ ਤਰੀਕੇ ਨਾਲ ਬਣ ਸਕੇ। ਤੇ ਮੇਰੀ ਇੱਛਾ ਹੈ ਕਿ ਜੇ ਕਰੋੜਾਂ ਦਾ ਇਹ ਕਾਰੋਬਾਰ ਹੈ ਸਰ, ਕਰੋੜਾਂ ਦਾ ਸਰ, 80 ਕਰੋੜ ਹੈ, ਆਪਾਂ ਕੁਛ ਨਾ ਕੁਛ ਤੇ ਜਨਤਾ ਵਾਸਤੇ ਕੁਛ ਲੈ ਕੇ ਆਵਾਂਗੇ। ਬਿਲਕੁਲ, ਮੇਰੀ ਇੱਛਾ ਹਾਂਜੀ ਕਿ ਇਹ ਜਿਹੜਾ ਕਰੋੜਾਂ ਦਾ ਕਾਰੋਬਾਰ ਆ ਉਹਦੇ ਵਿੱਚ ਘੱਟੋ ਘੱਟ ਪਬਲਿਕ ਨੂੰ ਸੇਵਾਵਾਂ ਚੰਗੀਆਂ ਮਿਲਣੀਆਂ ਚਾਹੀਦੀਆਂ। ਰੋਡ ਇੱਦਾਂ ਦਾ ਬਣੇ ਜਿਹੜਾ ਸਾਰੀ ਉਮਰ 100 ਸਾਲ ਤੱਕ ਵੀ ਕਿਤੇ ਟੁੱਟਣ ਵਾਲਾ ਨਾ ਹੋਵੇ। ਬਿਲਕੁਲ ਜੀ, ਬਿਲਕੁਲ ਜੋ ਤੁਸੀਂ ਕਹਿੰਦੇ ਹੋ ਸਹੀ ਹੈਗਾ। ਆਪਾਂ ਨੂੰ ਮਿਲ ਕੇ ਇੱਕ ਮੀਟਿੰਗ ਕਰਨੀ ਚਾਹੀਦੀ ਹੈ। ਬਿਲਕੁਲ, ਤੇ ਬੈਠ ਕੇ ਆਪਾਂ ਕਰਦੇ ਹਾਂ ਕੋਈ ਗੱਲਬਾਤ ਇਹਦੇ ਉੱਪਰ। ਨਾਲੇ ਚਲੋ ਖਾਣਾ ਖਾ ਲਈਏ ਥੋੜਾ। ਬਿਲਕੁਲ ਜੀ, ਤੇ ਰੈਸਟ ਵੀ ਕਰ ਲਈਏ, ਥੱਕੇ ਬਣੇ ਆ। ਹਾਂ, ਡਰਾਈਵ ਕਰ ਬੈਠੇ ਨਾ। ਸ਼ਰਮਾ ਸਾਹਿਬ, ਆ ਬੱਚੇ ਲਈ ਕੁਝ ਦੇਖਿਓ। ਗੱਡੀ ਦੇ ਡੈਸ਼ਬੋਰਡ 'ਚ ਕੋਈ ਖਿਡੌਣਾ ਪਿਆ ਹੋਣਾ, ਉਹ ਹੀ ਫੜਾ ਦਿਓ। ਆਲੋ ਵੱਡਾ ਸਾਹਿਬ, ਲਿਆਓ। ਆ ਲਓ ਪੁੱਤਰ ਜੀ। ਕੀ ਗੱਲ, ਨਹੀਂ ਲੈਣਾ? ਅੱਛਾ, ਭੁੱਖ ਲੱਗੀ ਆ। ਸ਼ਰਮਾ ਸਾਹਿਬ, ਇੱਥੇ ਬਿਸਕੁਟ ਦਾ ਪੈਕਟ ਪਿਆ ਹੋਣਾ, ਇੱਧਰ ਦੇਖਿਓ। ਹਾਂ ਹਾਂ, ਆ ਫੜਾ ਦਿਓ। ਆ ਲਓ ਪੁੱਤਰ, ਖੁਸ਼ ਰਹੋ। ਇਹੋ ਜਿਹੇ ਜਿਹੜੇ ਅਹਿਮ ਪ੍ਰੋਜੈਕਟ ਨੇ ਨਾ, ਸਭ ਤੋਂ ਪਹਿਲਾਂ ਕਰਨੇ ਚਾਹੀਦੇ ਆਪਾਂ। ਯਾਰ, ਇਸ ਤੇ ਕੁਝ ਪਲਾਨ ਕਰੋ ਸ਼ਰਮਾ ਸਾਹਿਬ। ਬਿਲਕੁਲ ਬਿਲਕੁਲ ਵੱਡਾ ਸਾਹਿਬ, ਇਹ ਝੁੱਗੀਆਂ ਝੋਂਪੜੀਆਂ ਵਾਲੇ ਲੋਕ ਵੀ ਤਾਂ ਆਪਣੇ ਹੀ ਨੇ। ਮੈਂ ਜਲਦੀ ਹੀ ਇਹਨਾਂ ਦੀ ਫ੍ਰੀ ਸਿੱਖਿਆ ਬਾਰੇ ਕੁਝ ਪਲਾਨ ਕਰਦਾ। ਸ਼ਰਮਾ ਸਾਹਿਬ, ਜੋ ਵੀ ਕਰਨਾ ਛੇਤੀ ਕਰਨਾ। ਛੇਤੀ ਕਰਾਂਗੇ ਵੱਡਾ ਸਾਹਿਬ, ਪਹਿਲੇ ਬ੍ਰਿਜ ਵਾਲਾ ਪ੍ਰੋਜੈਕਟ ਕੰਪਲੀਟ ਕਰ ਲਈਏ। ਉਹ ਤਾਂ ਤੁਸੀਂ ਕੰਪਲੀਟ ਕਰ ਹੀ ਲੈਣਾ। ਬੜੇ ਸਕੀਮੀ ਬੰਦੇ ਹੋ ਸ਼ਰਮਾ ਸਾਹਿਬ ਤੁਸੀਂ। ਵੱਡਾ ਸਾਹਿਬ, ਮੈਂ ਕੀ ਕਹਿ ਰਿਹਾ ਸੀਗਾ ਕਿ ਜਿਹੜੇ ਫਲਾਈਓਵਰ ਦੀ ਆਪਾਂ ਗੱਲ ਕਰਦੇ ਪਏ ਹਾਂ, ਆਪਾਂ ਨੂੰ ਜਲਦੀ ਤੋਂ ਜਲਦੀ ਕੁਝ ਕਰਨਾ ਪੈਣਾ। ਵੱਡਾ ਸਾਹਿਬ, ਤੁਹਾਡਾ ਧਿਆਨ ਕਿੱਧਰ ਹੈ? ਪਲੀਜ਼ ਆਰਡਰ ਸਰ। ਸ਼ਰਮਾ ਸਾਹਿਬ, ਤੁਸੀਂ ਜੋ ਦੇਣਾ ਆਰਡਰ ਦਿਓ, ਮੈਂ 1 ਮਿੰਟ 'ਚ ਆਇਆ। ਜੀ ਸਰ। ਪਲੀਜ਼ ਆਰਡਰ ਸਰ। 2 ਕੌਫੀ ਲੈ ਕੇ ਆਇਓ। ਬਾਕੀ ਪੱਡਾ ਸਾਹਿਬ ਆਉਂਦੇ ਨੇ ਫਿਰ ਮੈਂ ਦੱਸਦਾ। ਇੱਕ 'ਚ ਚੀਨੀ ਘੱਟ ਰੱਖਿਓ।
हेलो पुत्र, चल आजा आजा आजा। चलो जी, ਆ ਹੁਣ ਬਣੀ ਗੱਲ। ਸ਼ਰਮਾ ਸਾਹਿਬ, ਬੱਚੇ ਤਾਂ ਸਾਰੇ ਰੱਬ ਦਾ ਰੂਪ ਹੁੰਦੇ ਆ, ਇਸ ਕਰਕੇ ਮੇਰਾ ਵੀ ਦਿਲ ਕੀਤਾ ਕਿਉਂ ਨਾ ਅਸੀਂ ਸਾਰੇ ਹੀ ਖਾਣਾ ਖਾ ਲਈਏ। ਵੇਟਰ, ਆ ਗੱਲ ਸੁਣੀ। ਹਾਂ ਬੇਟਾ। यस सर। ਇੱਕ ਮਿੰਟ। ਹਾਂ ਬੇਟਾ, ਬੋਲ ਪੁੱਤ। ਖਾਣਾ ਕੀ ਹੈ? ਤੂੰ ਇਦਾਂ ਕਰ, ਕੁਝ ਚੰਗਾ ਲੈ ਆ ਬੱਚੇ। ओके सर। ਇੱਕ ਕੱਪ ਹੋਰ ਚਾਹ ਜਾਂ ਕੌਫੀ ਲੈ ਆ। ओके सर, और कुछ? ਤੇ ਸ਼ਰਮਾ ਸਾਹਿਬ ਤੁਸੀਂ? ਬਸ ਕੁਛ ਨਹੀਂ, ਜੋ ਤੁਸੀਂ ਆਰਡਰ ਕੀਤਾ। थैंक यू सर। ਚਲੋ ਠੀਕ ਹੈ। ਸਵਾਦ ਲੱਗਿਆ? ਆ ਵੀ ਲਓ, ਆ ਖਾ ਲਓ ਫਿਰ। ਸ਼ਾਬਾਸ਼। ਖਾਣਾ ਖਾਣਾ ਮੇਰਾ ਪੁੱਤ। ਤੁਸੀਂ ਬੈਠੋ ਸ਼ਰਮਾ ਸਾਹਿਬ, ਠੀਕ ਹੈ। ਮੈਂ ਬਿੱਲ ਦੇ ਕੇ ਆਇਆ। ਓਕੇ ਵੱਡਾ ਸਾਹਿਬ। ਤੁਸੀਂ ਬੈਠੋ, ਠੀਕ ਹੈ, ਮੈਂ ਆਇਆ। ਤੂੰ ਖਾ ਮੇਰਾ ਬੇਟਾ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਕਹੋਗੇ। ਮੈਨੇਜਰ ਸਾਹਿਬ, ਹਾਂਜੀ, ਮੈਂ ਇੱਕ Sir, bill. ਕਸਟਮਰ ਵੇਖ ਲਾਂ। ਬਿੱਲ ਸੀਗਾ, ਆ ਕੱਟਿਓ। ਸੌਰੀ ਸਰ, ਮੇਰੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ। ਕੀ ਹੋਇਆ? ਸਰ, ਰੱਜਿਆਂ ਨਾਲ ਰਜਾਉਣ ਵਾਲੇ ਤੇ ਬਹੁਤ ਦੇਖੇ ਨੇ, ਪਰ ਭੁੱਖੇ ਪੇਟ ਦੇ ਦਰਦ ਨੂੰ ਕੋਈ ਹਮਦਰਦੀ ਸਮਝ ਸਕਦਾ। ਟੈਲੀਫੋਨ ਮੇਰਾ ਵੀ ਸਹੀ। ਵਾਹ ਸਰ, ਸਲੂਟ ਆ ਤੁਹਾਡੀ ਸੋਚ ਨੂੰ। ਸ਼ੁਕਰੀਆ। ਇੱਥੇ ਲੋਕ ਬਥੇਰੇ ਵਿਖੇ ਜੋ ਰੱਜਿਆਂ ਦਾ ਹੀ ਢਿੱਡ ਭਰਦੇ ਨੇ, ਭੁੱਖੇ ਦੇ ਦਰਦ ਨੂੰ ਸਮਝ ਕੇ ਇੱਥੇ ਵਿਰਲੇ ਹੀ ਹਮਦਰਦੀ ਕਰਦੇ ਨੇ, ਵਿਰਲੇ ਹੀ ਹਮਦਰਦੀ ਕਰਦੇ ਨੇ। ਸੋ ਆਓ ਹੁਣ ਇਹ ਸਮਝੀਏ ਕਿ ਇੱਕ ਪਾਸੇ ਸੁਧਾਰਕ ਦ੍ਰਿਸ਼ਟੀ ਅਪਣਾਉਣ ਦੀ ਲੋੜ ਹੈ ਕਿਸੇ ਸਮਾਜ ਦੇ ਸੁਧਾਰ ਦੇ ਲਈ, ਔਰ ਦੂਸਰੇ ਪਾਸੇ ਤਿਆਗ ਕਰਨ ਦੀ ਲੋੜ ਹੈ ਕਿ ਜ਼ਿੰਦਗੀ ਚੋਂ, ਆਪਣੇ ਸਮਾਜ ਚੋਂ ਕੱਢਣ ਦੀ ਲੋੜ ਹੈ। ਪਹਿਲਾ ਤਿਆਗ ਹੈ ਨਸ਼ਿਆਂ ਦਾ ਤਿਆਗ ਕਰੋ। ਨਸ਼ਿਆਂ ਤੋਂ ਦੂਰ ਰਹਿਣ ਦੀ ਲੋੜ ਹੈ। ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ, ਆਪਣੇ ਸਮਾਜ ਦੇ ਵਿੱਚੋਂ ਕੱਢਣ ਦੀ ਲੋੜ ਹੈ। ਅਗਲਾ ਤਿਆਗ ਹੈ ਬੁਰੀ ਸੰਗਤ ਦਾ। ਮਾੜੀ ਸੰਗਤ ਤੋਂ ਬਚੋ। ਮਾੜੀ ਸੰਗਤ ਮਾੜਾ ਪ੍ਰਭਾਵ ਪਾਉਂਦੀ ਹੈ, ਬੁਰੀ ਸੰਗਤ ਬੁਰਾ ਪ੍ਰਭਾਵ ਪਾਉਂਦੀ ਹੈ। ਇਸ ਤੋਂ ਦੂਰ ਰਹਿਣ ਦੀ ਲੋੜ ਹੈ ਜਾਂ ਇਸ ਨੂੰ ਸੁਧਾਰਨ ਦੀ ਲੋੜ ਹੈ। ਸੋ ਇਸ ਬੁਰੀ ਸੰਗਤ ਦੇ ਵਿੱਚੋਂ ਬੁਰਾਈ ਪ੍ਰਾਪਤ ਹੁੰਦੀ ਹੈ। ਸੋ ਅੱਗੇ ਹੈ ਕਿ ਇਹ ਕਿਉਂ ਕਰਨ ਦੀ ਲੋੜ ਹੈ, ਕੀ ਕਾਰਨ ਹਨ, ਅਜਿਹਾ ਤਿਆਗ ਆਪਾਂ ਕਿਉਂ ਕਰਨਾ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਆਓ ਦੇਖੀਏ। ਕਿਉਂਕਿ ਸਰੀਰ ਦਾ ਵਿਨਾਸ਼ ਹੁੰਦਾ ਹੈ, ਸਾਡਾ ਦਿਲ ਦਿਮਾਗ, ਸਾਡੇ ਸਰੀਰ ਦੇ ਅੰਗ ਅੰਗ 'ਤੇ ਇਹਨਾਂ ਦਾ ਮਾੜਾ ਅਸਰ ਹੁੰਦਾ ਹੈ। ਇਸ ਕਰਕੇ ਸਰੀਰ ਕਮਜ਼ੋਰ ਹੁੰਦਾ ਹੈ, ਸਰੀਰ ਵਿਨਾਸ਼ਕਾਰੀ ਬਣਦਾ ਹੈ, ਉਮਰ ਘਟਦੀ ਹੈ। ਇਸ ਤੋਂ ਬਚਣ ਦੀ ਲੋੜ ਹੈ। ਮਨੋਵਿਕਾਰ ਪੈਦਾ ਹੁੰਦੇ ਹਨ, ਮਨ 'ਚ ਬੁਰਾਈਆਂ ਆਉਂਦੀਆਂ ਹਨ, ਔਰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਵਰਗੇ ਵਿਕਾਰ ਜਿਹੜੇ ਨੇ ਉਹ ਬਹੁਤ ਵੱਧ ਜਾਂਦੇ ਹਨ। ਆਰਥਿਕ ਵਿਨਾਸ਼ ਹੁੰਦਾ ਹੈ, ਪੈਸੇ ਦੀ ਬਰਬਾਦੀ ਹੁੰਦੀ ਹੈ, ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ, ਪਰਿਵਾਰਿਕ ਵਿਨਾਸ਼ ਹੋ ਜਾਂਦਾ ਹੈ, ਰਿਸ਼ਤੇ ਟੁੱਟ ਜਾਂਦੇ ਹਨ। ਔਰ ਇਹ ਰਿਸ਼ਤੇ ਭੈਣ ਭਰਾ, ਮਾਂ ਬਾਪ, ਪੁੱਤਰ, ਨੂੰਹ, ਧੀ, ਸੱਸ, ਇਹਨਾਂ ਦੇ ਵਿੱਚ ਵਿਨਾਸ਼ ਆਉਂਦਾ ਹੈ। ਸਮਾਜਿਕ ਖੜੋਤ ਆਉਂਦੀ ਹੈ, ਸਮਾਜ ਰੁਕਦਾ, ਸਮਾਜ ਦਾ ਵਿਕਾਸ ਰੁਕਦਾ, ਬੇਚੈਨੀ ਪੈਦਾ ਹੁੰਦੀ ਹੈ, ਦੁੱਖ ਵੱਧਦੇ ਹਨ।
ਦੁਰਘਟਨਾਵਾਂ ਹੁੰਦੀਆਂ ਹਨ। ਦੁਰਘਟਨਾਵਾਂ ਦੇ ਵਿੱਚ ਝਗੜੇ, ਕਤਲ, ਮੌਤਾਂ, ਕਈ ਕਿਸਮ ਦੇ ਹੋਰ ਅਜਿਹੇ ਬੜੇ ਦੁਖਦਾਇਕ, ਬਹੁਤ ਹੀ ਭਿਅੰਕਰ ਹਾਦਸੇ ਹੋ ਜਾਂਦੇ ਹਨ ਜ਼ਿੰਦਗੀ ਦੇ ਵਿੱਚ। ਝਗੜੇ ਵੱਧਦੇ ਹਨ, ਅਨੈਤਿਕਤਾ ਵੱਧਦੀ ਹੈ, ਸਦਾਚਾਰ ਤੋਂ ਅਸੀਂ ਗਿਰਦੇ ਹਾਂ ਔਰ ਉਪਰਾਮਤਾ ਉਦਾਸੀ ਆਉਂਦੀ ਹੈ। ਸੋ ਇਸ ਕਰਕੇ ਇਹਨਾਂ ਨੂੰ ਤਿਆਗਣ ਦੀ ਲੋੜ ਹੈ। ਇਸ ਤਿਆਗ ਦੇ ਰਾਹੀਂ ਇਹਨਾਂ ਤੋਂ ਬਚਣ ਦੀ ਲੋੜ ਹੈ, ਇਹਨਾਂ ਬੁਰਾਈਆਂ ਤੋਂ ਬਚਣ ਦੀ ਲੋੜ ਹੈ। ਔਰ ਇਹ ਤਬਾਹੀ ਦਾ ਵੱਡਾ ਕਾਰਨ ਹਨ ਇਹ ਨਸ਼ੇ। ਇਸ ਲਈ ਸੋਝੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਸੋਝੀ ਕਿੱਦਾਂ ਦੀ ਚਾਹੀਦੀ ਹੈ ਕਿ ਜੇਕਰ ਅਸੀਂ ਇਹਨਾਂ ਬੁਰਾਈਆਂ ਤੋਂ ਦੂਰ ਰਹਿਣਾ, ਇਹਨਾਂ ਤੋਂ ਅਸੀਂ ਬਚਣਾ ਚਾਹੁੰਦੇ ਹਾਂ, ਤੇ ਸਭ ਤੋਂ ਪਹਿਲਾਂ ਆਪਣੇ ਚੌਗਿਰਦੇ ਨੂੰ, ਆਪਣੇ ਘਰ ਨੂੰ, ਆਪਣੀ ਜ਼ਿੰਦਗੀ ਨੂੰ, ਆਪਣੇ ਸਮਾਜ ਨੂੰ ਗਹਿਰਾਈ ਦੇ ਨਾਲ ਦੇਖੀਏ। ਦੇਖਣਾ ਜ਼ਰੂਰੀ ਹੈ। ਜੇ ਅਸੀਂ ਦੇਖਦੇ ਨਹੀਂ, ਅਣਦੇਖਿਆ ਕਰਦੇ ਹਾਂ, ਤੇ ਸਮੱਸਿਆਵਾਂ ਵੱਧਦੀਆਂ ਹਨ, ਸਮਾਜ ਦੀਆਂ ਬੁਰਾਈਆਂ ਵੱਧਦੀਆਂ ਹਨ। ਸਮਾਜ ਦੇ ਸੁਧਾਰ ਦੀ ਕੜੀ ਵੀ ਜੇਕਰ ਅਸੀਂ ਉਸ ਕੜੀ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਤਾਂ ਉਸ ਨੂੰ ਦੇਖਣਾ ਜ਼ਰੂਰੀ ਹੈ ਔਰ ਗਹਿਰਾਈ ਦੇ ਨਾਲ, ਨੀਝ ਦੇ ਨਾਲ ਸਮਝਣਾ ਜ਼ਰੂਰੀ ਹੈ। ਦੇਖ ਕੇ ਸਮਝਣਾ ਹੈ ਕਿ ਜੋ ਹੋ ਰਿਹਾ ਚੰਗਾ ਹੋ ਰਿਹਾ ਕਿ ਮਾੜਾ ਹੋ ਰਿਹਾ। ਚੰਗਿਆਈ ਦੇ ਵਿੱਚ ਆਪਾਂ ਆਪਣਾ ਰੋਲ ਹੋਰ ਵੀ ਸਾਰਥਕ ਕਰਨਾ ਹੈ, ਤੇ ਬੁਰਾਈ ਦੇ ਵਿੱਚ ਬੁਰਾਈ ਨੂੰ ਦੂਰ ਕਰਨ ਦੇ ਲਈ ਉਸ ਨੂੰ ਸਮਝਣਾ ਜ਼ਰੂਰੀ ਹੈ ਕਿ ਇਹ ਬੁਰਾਈ ਪੈਦਾ ਕਿਉਂ ਹੋ ਗਈ, ਇਹਦੇ ਕਾਰਨ ਕੀ ਹਨ, ਕੀ ਜੋ ਅਸੀਂ ਦੇਖ ਰਹੇ ਹਾਂ ਉਹ ਸਾਡੇ ਲਈ ਮਾੜਾ ਹੈ ਜਾਂ ਚੰਗਾ ਹੈ। ਮਾੜਾ ਹੈ ਤਾਂ ਉਸ ਨੂੰ ਤਿਆਗਣ ਦੀ ਲੋੜ ਹੈ, ਚੰਗਾ ਹੈ ਤੇ ਅਪਣਾਉਣ ਦੀ ਲੋੜ ਹੈ। ਤੇ ਫਿਰ ਕੰਮ ਕਿਹੜਾ ਕਰਨਾ? ਸੁਧਾਰਕ ਦ੍ਰਿਸ਼ਟੀ ਵਾਲਾ ਕਾਰਜ ਕਰਨਾ। ਅਸੀਂ ਸੁਧਾਰ ਲੈ ਕੇ ਆਉਣਾ। ਅਸੀਂ ਉਹ ਕੰਮ ਕਰਨਾ ਜਿਹੜਾ ਜ਼ਿੰਦਗੀ ਦੇ ਲਈ, ਸਮਾਜ ਦੇ ਲਈ ਚੰਗਾ ਹੈ, ਨੇਕ ਹੈ, ਉਸ ਨੂੰ ਸੁਧਾਰਦਾ ਹੈ। ਤੇ ਜਿਹੜਾ ਬੁਰਾਈ ਵਾਲਾ ਹੈ, ਜਿਹੜਾ ਨਸ਼ਿਆਂ ਵਾਲਾ ਹੈ, ਜਿਹੜਾ ਸਮਾਜ ਨੂੰ ਵਿਨਾਸ਼ਕਾਰੀ ਬਣਾਉਂਦਾ ਹੈ, ਉਸ ਤੋਂ ਬਚਣਾ ਵੀ ਹੈ ਤੇ ਹੋਰਾਂ ਨੂੰ ਬਚਾਉਣ ਦਾ ਉਪਰਾਲਾ ਵੀ ਕਰਨਾ ਹੈ। ਇਹ ਹੈ ਸਾਡੀ ਸੁਧਾਰਕ ਦ੍ਰਿਸ਼ਟੀ। ਪਹਿਲਾਂ ਦੇਖੋ, ਮਹਿਸੂਸ ਕਰੋ, ਸਮਝੋ ਤੇ ਸੁਧਾਰਕ ਕਾਰਜ ਕਰੋ। ਹੁਣ ਮੈਂ ਇੱਕ ਵੀਡੀਓ ਦਾ ਫਿਲਮਾਂਕਣ ਤੁਹਾਨੂੰ ਦਿਖਾਉਣ ਲਈ ਜਾ ਰਿਹਾ। ਇਹ ਇੱਕ ਪਾਸੇ ਉਹਨਾਂ ਨਸ਼ਿਆਂ ਦੇ ਨਾਲ ਸੰਬੰਧਿਤ ਹੈ ਜਿਹੜੇ ਨਸ਼ੇ ਘਰ ਨੂੰ ਤਬਾਹ ਕਰਦੇ ਹਨ, ਘਰ ਦੇ ਵਿੱਚ ਅਨੇਕਾਂ ਮੌਤਾਂ ਦਾ ਕਾਰਨ ਬਣ ਜਾਂਦੇ ਹਨ। ਦੂਸਰੇ ਪਾਸੇ ਉਹਨਾਂ ਕਿਰਦਾਰਾਂ ਦੀ ਗੱਲ ਕਰ ਰਹੇ ਹਾਂ, ਨੂੰਹਾਂ ਦੇ ਰੂਪ ਦੇ ਵਿੱਚ ਜਾਂ ਗੁਰਦਿੱਤ ਸਿੰਘ ਦੇ ਰੂਪ ਦੇ ਵਿੱਚ, ਜਿਨ੍ਹਾਂ ਨੇ ਇਸ ਸਮੱਸਿਆ ਦੇ ਨਾਲ ਜੂਝਿਆ, ਸੰਘਰਸ਼ ਕੀਤਾ ਅਤੇ ਸੁਧਾਰਕ ਸੋਚ ਦੇ ਨਾਲ, ਸੁਧਾਰਕ ਦ੍ਰਿਸ਼ਟੀ ਦੇ ਨਾਲ, ਸੁਧਾਰਕ ਵਿਹਾਰ ਦੇ ਨਾਲ ਮਨਜੀਤ ਨੂੰ ਸਹੀ ਰਸਤੇ ਤੇ ਲਿਆਂਦਾ ਤੇ ਘਰ ਨੂੰ ਦੁਬਾਰਾ ਸਵਰਗ ਬਣਾਇਆ। ਆਓ ਦੇਖੀਏ ਕਪੂਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਹਾਣੀ ਦਾ ਫਿਲਮਾਂਕਣ। ਜਿਉਂਦਾ ਰਹੋ ਪੁੱਤ, ਖੁਸ਼ੀਆਂ ਮਾਣੇ, ਸੁਖੀ ਰਵੇਂ ਜਵਾਨੀਆਂ ਮਾਣੇ। ਬਹਿ ਜਾ ਮੇਰਾ ਪੁੱਤ, ਸੁਣਾ ਫੇ ਪੁੱਤ ਅੱਜ ਕਿੱਦਾਂ ਆਉਣੇ ਹੋਏ? ਉਹ ਅੱਜ ਨਾ ਭੂਆ ਜੀ, ਮੈਂ ਆਪਣੇ ਸਹੁਰੇ ਘਰ ਚੱਲਿਆ ਸੀਗਾ ਤੇ ਸਹੁਰੇ ਦੀ ਭੂਆ ਜੀ ਨੂੰ ਮਿਲ ਜਾਵਾਂ। ਵਿਆਹ ਤੇ ਪੁੱਤ ਤੂੰ ਬਹੁਤ ਹੀ ਚੰਗਾ ਕੀਤਾ, ਤੇ ਮੇਰੀ ਭਤੀਜੀ ਨੂੰ ਵੀ ਨਾਲ, ਜੱਸ ਨੂੰ ਵੀ ਲੈ ਆਉਣਾ ਸੀ। ਉਹ ਭੂਆ ਜੀ ਘਰ ਦੇ ਕੰਮਕਾਰਾਂ ਵਿੱਚ ਅੱਜ ਬਿਜ਼ੀ ਸੀ, ਕਿਸੇ ਦਿਨ ਫੇਰ ਲੈ ਕੇ ਆ ਜਾਵਾਂਗਾ ਮੈਂ। ਹੋਰ ਭੂਆ ਜੀ ਕੀ ਹਾਲ ਚਾਲ ਹੈ ਤੁਹਾਡਾ? ਪੁੱਤ ਹਾਲ ਚਾਲ ਕਾਦੇ ਆ, ਕੀ ਦੱਸਾਂ। ਕਿੱਡਾ ਘਰ ਸੀ ਜਿੱਦਣ ਤਹਿਸੀਲਦਾਰ ਦੇ ਵਿਆਹੀ ਆਈ, ਤੇ ਤਹਿਸੀਲਦਾਰ ਦੀ ਮੋਟੀ ਕਮਾਈ ਨੇ ਉਹਨੂੰ ਆਈਬੀ ਬਣਾ ਦਿੱਤਾ। ਹਾਂਜੀ। ਤੇ ਉਹ ਆਈਬਾਂ 'ਚ ਪਿਆ ਪਿਆ ਹੀ ਨਿੱਕੇ ਨਿੱਕੇ ਹੀ 2 ਪੁੱਤ ਛੱਡ ਕੇ ਤੇ ਜਾਨੋਂ ਤੁਰ ਗਿਆ। ਜੀ ਜੀ। ਬੜੀ ਮੁਸ਼ਕਲ ਦੇ ਨਾਲ ਪੁੱਤ ਪਾਲੇ, ਪੁੱਤ ਪੜ੍ਹਾਏ, ਤੇ ਵੱਡੇ ਨੂੰ ਪਿਓ ਵਾਲੀ ਨੌਕਰੀ ਵੀ ਮਿਲ ਗਈ। ਜੀ ਜੀ। ਤੇ ਫੇਰ ਪੁੱਤ ਵੱਡਾ ਵੀ ਨਾ ਪਿਓ ਵਾਲੇ ਪੂਰਨਿਆਂ ਤੇ ਹੀ ਪੈ ਗਿਆ। ਜੀ ਜੀ। ਉਹ ਵੀ ਨਸ਼ਈ ਬਣ ਗਿਆ, ਤੇ ਉਹ ਵੀ ਨਿੱਕੇ ਨਿੱਕੇ ਹੀ 2 ਕਾਕੇ ਛੱਡ ਕੇ ਜਾਨੋਂ ਹੀ ਤੁਰ ਗਿਆ। ਜੀ ਜੀ। ਸਾਰਾ ਦਿਨ ਝੂਰਦੀ ਰਹਿਨੀ ਆ। ਹੌਸਲਾ ਰੱਖੋ ਭੂਆ ਜੀ, ਹੌਸਲਾ। ਭੂਆ ਜੀ ਨੂੰਹਾਂ ਤਾਂ ਤੁਹਾਡੀਆਂ ਬਹੁਤ ਚੰਗੀਆਂ ਆ। ਹਾਂ ਪੁੱਤ, ਇਹਨਾਂ ਨੌਵਾਂ ਦੇ ਸਿਰ ਤੇ ਹੀ ਤਾਂ ਮੈਂ ਦਿਨ ਕੱਢੀ ਜਾਨੀ ਆ। ਜੀ। ਆ ਜਿਹੜੀ ਵੱਡੀ ਆ, ਇਹ ਹਾਂਜੀ। ਤੇ ਸਰਕਾਰੀ ਸਕੂਲ 'ਚ ਮਾਸਟਰਾਣੀ ਲੱਗੀ ਆ। ਜੀ 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 ਜੀ। ਆ ਪੁੱਤ, ਸ਼ੁਕਰੀਆ ਸ਼ੁਕਰੀਆ। ਮੇਰੀ ਬੜੀ ਇੱਜ਼ਤ ਕਰਦੀਆਂ ਵਾ, ਹਾਂਜੀ। ਤੇ ਬੱਚੇ ਵੀ ਮੇਰੇ ਨਾ ਬੜਾ ਹੀ ਪਿਆਰ ਕਰਦੇ ਆ, ਬਹੁਤ ਚੰਗੇ ਆ ਸਾਰੇ। ਅਜੀ ਮਨਜੀਤ ਕਿੱਥੇ ਆ? ਉਹਦਾ ਕੰਮ ਕਰ ਕਿਦਾਂ ਦਾ ਆ?
ਵੇ ਪੁੱਤ ਮਨਜੀਤ ਦੀ ਤੈਨੂੰ ਮੈਂ ਕੀ ਦੱਸਾਂ, ਕੀ ਮੈਂ ਦੱਸਾਂ ਮਨਜੀਤ ਦੀਆਂ ਤੇ ਕੀ ਨਾ ਦੱਸਾਂ। ਲੈ ਸੁਣ ਪੇ ਮਨਜੀਤ ਦੀ ਗੱਲ। ਕੀ ਗੱਲ ਹੋ ਗਈ ਭੂਆ ਜੀ, ਕੀ ਗੱਲ ਹੋ ਗਈ? ਲੈ ਮੈਂ ਤੈਨੂੰ ਸਾਰੀ ਕਹਾਣੀ ਸੁਣਾ ਦਿੰਨੀ ਆ ਮਨਜੀਤ ਦੀ। ਇਹ ਗਗਨ ਸਾਡੇ ਨਾਲ ਤੇ ਰੋਕਾਰੀ ਬਦਨਾਮ ਨਹੀਂ ਹੋਣਾ। ਕੁੜੀ ਇਹਨੂੰ ਕਿਉਂ ਫੜੀ ਆਉਂਦੇ ਆ? ਵੇ ਸਿਮਰਨ ਕੀ ਗੱਲ ਹੋ ਗਈ ਇਹਨੂੰ ਮੇਰੇ ਪੁੱਤ ਨੂੰ? ਬੇਬੇ ਮਨਜੀਤ ਕਈ ਦਿਨਾਂ ਦਾ ਨੌਕਰੀ ਤੇ ਨਹੀਂ ਜਾਂਦਾ, ਇਹਨੂੰ ਨੌਕਰੀ ਤੋਂ ਕੱਢ ਦਿੱਤਾ। ਹਾਂ ਨੌਕਰੀ ਤੋਂ ਕੱਢਤਾ? ਹਾਂਜੀ। ਕੋਈ ਰੋਟੀ ਦੇ ਦੋ, ਉਹ ਰੋਟੀ ਦੇ ਦੋ ਕੋਈ। ਇੱਧਰ ਆਏ ਹੋ? ਬੇਬੇ ਆ ਘਰ ਖਾਲੀ ਕਰ ਦੋ। ਕਿਉਂ ਖਾਲੀ ਕਰ ਦਈਏ? ਅਸੀਂ ਹੈ ਤੁਹਾਡੇ ਦੇਤਾ ਸਾਨੂੰ ਕਿੱਦਾਂ ਦਿਖਣ ਤੋਂ ਪਹਿਲੇ ਆ ਕੇ ਕਿਆ ਮਤਲਬ ਮੇਰਾ ਘਰ ਖਾਲੀ ਕਰਾਉਣ ਦਾ? ਮੈਂ ਮਾਲਕ ਆ, ਘਰ ਦੀ ਮਾਲਕ। ਮਨਜੀਤ ਨੇ ਵੇਚ ਦਿੱਤਾ ਘਰ, ਖਾਲੀ ਕਰੋ। ਮਨਜੀਤ ਨੇ ਘਰ ਵੇਚਤਾ? ਵੇ ਮਨਜੀਤ ਘਰ ਵੇਚਤਾ? ਹਾਏ ਮੈਂ ਮਰ ਜਾ, ਮੇਰਾ ਘਰ ਵੇਚ ਗਿਆ। ਨੀ ਕਰਮੀ। ਇਸ ਤਰ੍ਹਾਂ ਨਸ਼ੇੜੀ ਮਨਜੀਤ ਵੱਲੋਂ ਆਪਣਾ ਘਰ ਵੀ ਵੇਚ ਦਿੱਤਾ ਜਾਂਦਾ ਹੈ, ਪਰ ਨੂੰਹਾਂ ਦੀ ਸਿਆਣਪ, ਉਹਨਾਂ ਦੇ ਜੁੜੇ ਪੈਸੇ ਤੇ ਉਹਨਾਂ ਦੇ ਘਰ ਦੇ ਗਹਿਣੇ, ਹੱਥਾਂ ਦੇ ਗਹਿਣੇ ਜਿਹੜੇ ਉਹਨਾਂ ਦਾ ਸ਼ਿੰਗਾਰ ਬਣਦੇ ਸਨ, ਉਹ ਦੇ ਕੇ ਤੇ ਆਪਣਾ ਘਰ ਦੁਬਾਰਾ ਖਰੀਦਿਆ ਜਾਂਦਾ ਹੈ। ਦੁਬਾਰਾ ਉਸ ਵੇਚੇ ਗਏ ਘਰ ਨੂੰ ਬਚਾਇਆ ਜਾਂਦਾ ਹੈ। ਇਹ ਨੂੰਹਾਂ ਆਪਣੀ ਸੱਸ ਦੀ ਮਦਦ ਕਰਦੀਆਂ ਹਨ, ਔਖੀ ਘੜੀ ਦੇ ਵਿੱਚ ਪੁੱਤਾਂ ਨਾਲ ਵੱਧ ਕੇ ਸਾਥ ਦਿੰਦੀਆਂ ਹਨ ਤੇ ਆਖਰ ਆਪਣਾ ਘਰ ਬਚਾ ਲੈਂਦੀਆਂ ਹਨ। ਇਹਨਾਂ ਗਹਿਣਿਆਂ ਦੇ ਨਾਲ, ਇਹਨਾਂ ਜੁੜੇ ਹੋਏ ਪੈਸਿਆਂ ਦੇ ਨਾਲ ਉਹੀ ਰਕਮ ਵਾਪਸ ਕਰਕੇ ਇੱਕ ਮਨਜੀਤ ਜੋ ਘਰ ਤਬਾਹ ਕਰਦਾ ਹੈ ਤੇ ਨੂੰਹਾਂ ਉਸ ਘਰ ਨੂੰ ਆਪਣੀ ਸੱਸ ਦੀ ਮਦਦ ਦੇ ਨਾਲ ਬਚਾਉਂਦੀਆਂ ਹਨ। ਉਹ ਕੋਈ ਰੋਟੀ ਦੇ ਦੋ, ਰੋਟੀ ਦੇ ਦੋ, ਰੋਟੀ। ਬਾਪੂ ਕੋਈ ਰੋਟੀ ਹੈ? लगे अंदर, ਰੋਟੀ ਦੇ ਦੋ ਇੱਥੇ ਦੇ ਦਿਓ। अंदर लगे अंदर, ਉਹ ਰੋਟੀ ਦੇ ਦੋ। अंदर लगे, अंदर लगे। ले ਇੱਥੇ ਬੈਠ ਪੁੱਤ, ਮੈਂ ਤੇਰੇ ਵਾਸਤੇ ਰੋਟੀ ਲੈ ਕੇ ਆਉਣਾ। ਰੋਟੀ ਦੇ ਦਿਓ। ਰੋਟੀ ਦੇ ਦੇ। ਬਹੁਤ ਭੁੱਖ ਲੱਗੀ ਬਾਪੂ। ਲੈ ਪੁੱਤ ਖਾ ਰੋਟੀ। ਦੇਖ ਮਨਜੀਤ, ਤੂੰ ਇਹਦੇ ਗਲੀਆਂ ਦੇ ਵਿੱਚ ਤੁਰਿਆ ਫਿਰਦਾ ਵਾ, ਇੱਥੇ ਮੈਂ ਵੀ ਇਕੱਲਾ ਰਹਿਣਾ, ਇੱਥੇ ਮੇਰੇ ਕੋਲੇ ਆ ਤੇ ਮੈਂ ਤੇਰਾ ਨਸ਼ਾ ਛਡਾਉਣਾ, ਆਪਾਂ ਡਾਕਟਰ ਕੋਲੇ ਚੱਲਦੇ ਆ। ਬਾਪੂ ਇਹ ਨਹੀਂ ਛੁੱਟਣਾ, ਇਹ ਨਹੀਂ ਛੁੱਟਣਾ। ਤੂੰ ਮਨਜੀਤ ਦਾ ਪੁੱਤ ਹੌਸਲਾ ਕਰੇਗਾ ਤਾਂ ਛੁੱਟ ਜਾਊਗਾ, ਸਭ ਕੁਝ ਹੋ ਜਾਂਦਾ। ਬਹੁਤ ਸਿਆਣਾ ਡਾਕਟਰ ਆ, ਮੈਂ ਤੈਨੂੰ ਉਹਦੇ ਕੋਲ ਲੈ ਕੇ ਚੱਲਦਾ। ਤੂੰ ਰੋਟੀ ਖਾ ਤੇ ਤੂੰ ਨਸ਼ਾ ਤੇਰਾ ਛੁੱਟ ਜਾਣਾ। ਨਸ਼ਾ ਛੱਡ ਕੇ ਤੇ ਆਪਾਂ ਖੇਤੀ ਕਰਾ ਕਰਾਂਗੇ, ਤੂੰ ਟਰੈਕਟਰ ਚਲਾਇਆ ਕਰੀ। ਇਸ ਤਰ੍ਹਾਂ ਗੁਰਦਿੱਤ ਸਿੰਘ ਮਨਜੀਤ ਦਾ ਨਸ਼ਿਆਂ ਦਾ ਇਲਾਜ ਕਰਵਾਉਂਦੇ ਹਨ। ਸੁਧਾਰਕ ਦ੍ਰਿਸ਼ਟੀ ਦੇ ਨਾਲ ਸੁਧਾਰ ਕਰਨ ਦੇ ਲਈ ਹਰ ਹੀਲਾ ਵਸੀਲਾ ਕਰਦੇ ਹਨ ਅਤੇ ਡਾਕਟਰ ਕੋਲੋਂ ਇਲਾਜ ਕਰਵਾਉਣ ਉਪਰੰਤ ਖੇਤੀਬਾੜੀ ਦੇ ਵਿੱਚ ਧਿਆਨ ਲਗਾਉਂਦੇ ਹਨ। ਸ਼ਾਬਾਸ਼ ਮਨਜੀਤ ਪੁੱਤ, ਸ਼ਾਬਾਸ਼। ਹੁਣ ਮੈਂ ਬੜੀ ਖੁਸ਼ ਹਾਂ।
ਵੇਖ ਹੁਣ ਤੂੰ ਪੈਲੀ ਬੰਨਾ ਵਾਏਗਾ, ਆਪਣਾ ਕੰਮ ਕਰੇਗਾ ਤੇ ਟੱਬਰ ਨੂੰ ਸੁੱਖ ਹੋਊਗਾ, ਨਾਲੇ ਮੇਰੀ ਵੀ ਜਾਨ ਬਚ ਗਈ, 4 ਦਿਨ ਜ਼ਿੰਦਗੀ ਵਾਚੂਗੀ। ਸ਼ਾਬਾਸ਼ ਪੁੱਤ ਸ਼ਾਬਾਸ਼। ਉਹ ਮਾਂ ਫਿਕਰ ਨਾ ਕਰ, ਹੁਣ ਏਦਾਂ ਰਹੂਗਾ, ਮਹਾਰਾਜ ਚੜ੍ਹਦੀਆਂ ਕਲਾ ਰੱਖੂਗਾ। ਚੱਲ ਚੰਗਾ ਪੁੱਤ ਚੰਗਾ। ਤਕੜੀ ਹੋ ਭੂਆ ਤਕੜੀ, ਤੇਰਾ ਇਹ ਮਨਜੀਤ ਸੱਚੀ ਮਨ ਦੀ ਬਾਜੀ ਜਿੱਤ ਗਿਆ ਈ। ਤੇਰੀਆਂ ਇਹ ਨੂੰਹਾਂ ਤਾਂ ਚੰਗੀਆਂ ਹੈ ਹੀ ਆ, ਪਰ ਤੇਰਾ ਇੱਕ ਪੁੱਤ ਵੀ ਇਸ ਚੰਗੇ ਇਨਸਾਨ ਕਰਕੇ ਸੁਪੁੱਤ ਬਣ ਗਿਆ ਏ ਸੁਪੁੱਤ। ਕਬੂਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ, ਇਹ ਦੂਸਰੀ ਕਹਾਣੀ ਹੈ। ਇਸ ਕਹਾਣੀ 'ਚ ਬਹੁਤ ਦਰਦ ਹੈ। ਜਦੋਂ ਅਸੀਂ ਮਹਿਸੂਸ ਕਰਦੇ ਹਾਂ ਤਾਂ ਇਹ ਦਰਦ ਇੱਕ ਘਰ ਦਾ ਦਰਦ ਨਹੀਂ ਹੁੰਦਾ, ਇਹ ਉਹਨਾਂ ਸਾਰੇ ਘਰਾਂ ਦਾ ਦਰਦ ਹੁੰਦਾ ਹੈ ਜਿੱਥੇ ਇੱਕ ਸ਼ਰਾਬ ਵਰਗੀਆਂ ਬੁਰਾਈਆਂ ਅਨੇਕਾਂ ਹੀ ਬੁਰਾਈਆਂ ਨੂੰ ਜਨਮ ਦੇ ਦਿੰਦੀਆਂ ਨੇ ਤੇ ਉਹ ਘਰ ਖੁਸ਼ਹਾਲੀ ਦੇ ਵਿੱਚੋਂ ਉਜਾੜੇ ਵੱਲ ਵੱਧ ਗਿਆ। ਇਹ ਦੁਖਾਂਤਕ ਦਾਸਤਾਨ ਦੇਖ ਕੇ ਸਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਇਹ ਜਿਹੜੇ ਬੁਰਾਈਆਂ ਵਾਲੇ ਵਰਤਾਰੇ ਹਨ, ਇਹਨਾਂ ਤੋਂ ਦੂਰ ਰਹਿਣਾ ਹੈ। ਜਿਹੜੇ ਸਾਡੇ ਸਮਾਜ ਦੇ ਹੋਰ ਸਾਥੀ ਹਨ, ਉਹਨਾਂ ਨੂੰ ਵੀ ਇਹਨਾਂ ਤੋਂ ਦੂਰ ਰੱਖਣਾ ਹੈ। ਇਹ ਕਹਾਣੀ ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਈ ਸਮਾਜ ਦੀਆਂ ਤਹਿਆਂ ਨੂੰ ਤੁਹਾਡੇ ਸਾਹਮਣੇ ਉਜਾਗਰ ਕਰਦੀ ਹੈ। ਬਹੁਤ ਸਾਰੇ ਲੁਪਤ ਰਹੱਸ ਜਿਹੜੇ ਨੇ ਇਸ ਕਹਾਣੀ ਵਿੱਚ, ਇੱਕ ਵੱਡੀ ਸੇਧ ਹੈ ਇਸ ਕਹਾਣੀ 'ਚ। ਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਹਾਣੀ ਦੇਖੀਏ, ਇਸ ਦੀ ਸਥਿਤੀ ਨੂੰ ਸਮਝਣਾ ਅਸੀਂ ਦੇਖ ਲਿਆ, ਇਸ ਨੂੰ ਸਮਝਣਾ ਹੈ। ਸਮਝਣ ਦੇ ਵਿੱਚ ਪਹਿਲੀ ਗੱਲ ਆਉਂਦੀ ਹੈ ਕਿ ਕੀ ਸ਼ਰਾਬ ਨਸ਼ਾ ਹੈ? ਜੇ ਨਸ਼ਾ ਹੈ ਤੇ ਫਿਰ ਸ਼ਰਾਬ ਦਾ ਸੇਵਨ ਕਿਉਂ ਸੀ ਤੇ ਇਸ ਦਾ ਪ੍ਰਭਾਵ ਕੀ ਹੈ? ਇਹ ਕਹਾਣੀ ਦੀਆਂ ਜਿਹੜੀਆਂ ਤਹਿਆਂ ਹਨ, ਕਹਾਣੀ ਦੇ ਵਿੱਚ ਜੋ ਪਿਆ ਹੈ, ਉਹਦੇ ਵਿੱਚੋਂ ਇਹ ਸਿੱਧ ਹੋ ਜਾਂਦਾ ਹੈ, ਸਪਸ਼ਟ ਹੋ ਜਾਂਦਾ ਹੈ ਕਿ ਸ਼ਰਾਬ ਇੱਕ ਉਹ ਨਸ਼ਾ ਹੈ ਜਿਹੜਾ ਹੋਰ ਨਸ਼ਿਆਂ ਦੀ ਮਾਂ ਹੈ, ਔਰ ਇਸ ਦੇ ਨਾਲ ਇੱਕ ਘਰ ਦੇ ਵਿੱਚ ਕਿੰਨੇ ਪਰਿਵਾਰਾਂ ਦਾ ਵਿਨਾਸ਼ ਹੋਇਆ ਇਹ ਤੁਸੀਂ ਦੇਖ ਲਿਆ। ਇਸ ਕਰਕੇ ਇਸ ਸ਼ਰਾਬ ਨੂੰ ਘਰਾਂ ਦੇ ਵਿੱਚੋਂ ਤਿਲਾਂਜਲੀ ਦੇਣ ਦੀ ਲੋੜ ਹੈ। ਘਰਾਂ ਦੇ ਵਿੱਚ ਇਸ ਨੂੰ ਮਾਨਤਾ ਦੇਣ ਦੀ ਲੋੜ ਨਹੀਂ ਹੈ। ਤਾਂ ਇਸ ਕਹਾਣੀ ਦੇ ਵਿੱਚ ਭੂਆ ਹੈ, ਦੁਖੀ ਹੈ। ਦੁਖੀ ਕਿਉਂ ਹੈ? ਕਿ 2 ਪੁੱਤਾਂ ਦੀ ਮੌਤ ਹੋ ਗਈ ਨਸ਼ਿਆਂ ਦੇ ਕਾਰਨ, ਨਸ਼ਿਆਂ ਦੇ ਰਾਹ ਤੇ ਤੁਰ ਪਏ ਹੋ, ਪਤੀ ਦੀ ਮੌਤ ਹੋ ਗਈ, ਅਮੀਰ ਭੂਆ ਗਰੀਬ ਬਣ ਜਾਂਦੀ ਹੈ ਤੇ ਜਿਹੜਾ ਤੀਜਾ ਪੁੱਤ ਮਨਜੀਤ ਹੈ ਉਹ ਵੀ ਐਬੀ ਬਣ ਜਾਂਦਾ ਹੈ, ਨਸ਼ਿਆਂ ਦੇ ਰਾਹ ਤੇ ਤੁਰ ਜਾਂਦਾ ਹੈ। ਔਰ ਇਸ ਦੁੱਖ ਦੇ ਵਿੱਚ ਸੁਧਾਰ ਦੀਆਂ ਕੜੀਆਂ ਵੀ ਹਨ। ਸੁਧਾਰ ਦੇ ਰਾਹ ਤੇ ਚੱਲਦੀ ਹੈ ਪਹਿਲਾਂ ਭੂਆ, ਸਮਝਾਉਣ ਦਾ ਯਤਨ ਕਰਦੀ ਹੈ। ਕੋਈ ਸਮਝਦਾ ਚਾਹੇ ਨਹੀਂ ਸਮਝਦਾ, ਭੂਆ ਦਾ ਰੋਲ ਘਰ ਨੂੰ ਬਚਾਉਣ ਵਾਲਾ ਰਹਿੰਦਾ ਹੈ। ਭੂਆ ਦੇ ਨਾਲ 3 ਨੂੰਹਾਂ ਸੁਧਾਰਕ ਕੜੀ ਵਿੱਚ ਸ਼ਾਮਲ ਹੁੰਦੀਆਂ ਹਨ। ਭੂਆ ਨੂੰ ਮਾਂ ਮੰਨਦੀਆਂ ਹਨ, ਭੂਆ ਦੇ ਕਰੈਕਟਰ ਨੂੰ, ਆਪਣੀ ਸੱਸ ਨੂੰ ਮਾਂ ਮੰਨਦੀਆਂ ਹਨ, ਔਰ ਉਹਨੂੰ ਆਪਣੀ ਸੱਸ ਨੂੰ ਮਾਂ ਮੰਨ ਕੇ ਆਪਣਾ ਘਰ ਆਪਣਾ ਸਮਝਦੀਆਂ ਹਨ। ਜੇ ਉਹਨਾਂ ਦੇ ਪਤੀ ਨਸ਼ੇੜੀ ਸਨ ਤਾਂ ਘਰ-ਬਾਰ ਨੂੰ ਛੱਡ ਕੇ ਉਹ ਆਪਣੇ ਪੇਕੇ ਘਰਾਂ ਨੂੰ ਨਹੀਂ ਗਈਆਂ। ਉਹ ਆਪਣੇ ਘਰ 'ਚ ਰਹਿ ਕੇ ਘਰ ਦਾ ਸੁਧਾਰ ਕਰਨ ਦੇ ਲਈ ਯਤਨ ਕਰਦੀਆਂ ਰਹਿੰਦੀਆਂ ਹਨ ਲਗਾਤਾਰ। ਇਹ ਕਹਾਣੀ ਸਾਨੂੰ ਸੇਧ ਦਿੰਦੀ ਹੈ ਕਿ ਸਮੱਸਿਆਵਾਂ ਦੇ ਨਾਲ ਅਸੀਂ ਨਜਿੱਠਣਾ ਵੀ ਹੈ ਅਤੇ ਉਸ ਦੇ ਲਈ ਸੁਧਾਰ ਦੇ ਲਈ ਆਪਣੇ ਯਤਨ ਕਰਦੇ ਰਹਿਣਾ ਹੈ। ਇਸ ਕਹਾਣੀ ਦਾ ਅਹਿਮ ਸੁਧਾਰਕ ਕਿਰਦਾਰ ਗੁਰਦਿੱਤ ਸਿੰਘ ਹੈ। ਗੁਰਦਿੱਤ ਸਿੰਘ ਇਹਨਾਂ ਰਿਸ਼ਤਿਆਂ ਦੇ ਵਿੱਚ ਕੋਈ ਖੂਨ ਦਾ ਰਿਸ਼ਤਾ ਨਹੀਂ ਰੱਖਦਾ। ਉਹ ਸਮਾਜ ਦਾ ਇੱਕ ਉਹ ਵਿਅਕਤੀ ਹੈ ਜੋ ਸਮਾਜ ਦੇ ਵਿੱਚ ਬੁਰਾਈ ਨੂੰ ਦੇਖਦਾ ਹੈ ਤੇ ਬੁਰਾਈ ਨੂੰ ਦੇਖ ਕੇ ਉਸ ਨੂੰ ਸੁਧਾਰਨ ਦੇ ਲਈ ਯਤਨ ਕਰਦਾ ਹੈ। ਉਹ ਇੱਕ ਸਮਾਜ ਦਾ ਨੇਕ ਤੇ ਸੁਹਿਰਦ ਕਿਰਦਾਰ ਹੈ। ਉਹੀ ਆਪਣੇ ਖੇਤਾਂ ਦੇ ਵਿੱਚ ਮਨਜੀਤ ਨੂੰ ਨਸ਼ਿਆਂ ਤੋਂ ਬਚਾਉਂਦਾ, ਖੇਤਾਂ 'ਚ ਮਿਹਨਤ ਦੇ ਰਾਹ ਤੇ ਪਾਉਂਦਾ ਹੈ। ਡਾਕਟਰ ਦੀ ਲੋੜ ਪਈ ਹੈ ਤਾਂ ਉਹਦਾ ਇਲਾਜ ਕਰਾਉਂਦਾ ਹੈ, ਫਿਰ ਉਸੇ ਘਰ 'ਚ ਉਸ ਨੂੰ ਵਾਪਸ ਲੈ ਕੇ ਆਉਂਦਾ ਹੈ। ਗੁਰਦਿੱਤ ਸਿੰਘ ਪਰਉਪਕਾਰੀ ਇਨਸਾਨ ਹੈ। ਲੋੜ ਹੈ ਸਮਾਜ ਦੇ ਵਿੱਚ ਅਜਿਹੇ ਕਿਰਦਾਰ ਨੂੰ ਜਗਾਉਣ ਦੀ
ਜੇ ਕੋਈ ਬੁਰਾਈ ਅਸੀਂ ਦੇਖਦੇ ਹਾਂ ਤਾਂ ਉਸ ਬੁਰਾਈ ਨੂੰ ਸਮਾਜ ਦੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਰਲ ਮਿਲ ਕੇ ਦੂਰ ਕਰਨ ਦਾ ਯਤਨ ਕਰੀਏ, ਕਿਉਂਕਿ ਅੱਜ ਜਿਹੜੀ ਬੁਰਾਈ ਕਿਸੇ ਦੂਸਰੇ ਦੇ ਘਰ ਦੇ ਵਿੱਚ ਹੈ ਉਹ ਬੁਰਾਈ ਕੱਲ੍ਹ ਨੂੰ ਸਾਡੇ ਘਰ ਵਿੱਚ ਵੀ ਪ੍ਰਵੇਸ਼ ਕਰੇਗੀ। ਇਹ ਹੈ ਸੁਧਾਰ ਦੀ ਕੜੀ। ਜੇ ਅਸੀਂ ਸਮਾਜ ਸੁਧਾਰ ਚਾਹੁੰਦੇ ਹਾਂ ਤੇ ਸਮਾਜ ਸੁਧਾਰ ਦੇ ਵਿੱਚ ਖੁਸ਼ੀ ਹੈ, ਖੇੜਾ ਹੈ, ਖੁਸ਼ਹਾਲੀ ਹੈ। ਮਨਜੀਤ ਕਹਾਣੀ ਦੇ ਅਖੀਰ ਤੇ ਕਪੁੱਤ ਤੋਂ ਸਪੁੱਤ ਬਣ ਜਾਂਦਾ ਹੈ। ਨਸ਼ੇੜੀ ਤੋਂ ਇੱਕ ਮਿਹਨਤੀ ਵਿਅਕਤੀ ਬਣ ਜਾਂਦਾ ਹੈ। ਖੇਤਾਂ ਦੇ ਵਿੱਚ ਮਿਹਨਤ ਕਰਦਾ ਹੈ ਤੇ ਘਰ ਦੇ ਵਿੱਚ ਖੁਸ਼ਹਾਲੀ ਆ ਜਾਂਦੀ ਹੈ, ਖੇੜਾ ਆ ਜਾਂਦਾ ਹੈ। ਇੱਕ ਪੁੱਤ ਦੀ ਮਾਂ ਖੁਸ਼ ਹੁੰਦੀ ਹੈ, ਉਸ ਦੀ ਪਤਨੀ ਖੁਸ਼ ਹੁੰਦੀ ਹੈ, ਉਸ ਦੇ ਬੱਚੇ ਖੁਸ਼ ਹੁੰਦੇ ਹਨ, ਪਰਿਵਾਰਕ ਸਾਂਝ ਵੱਧਦੀ ਹੈ, ਖੁਸ਼ਹਾਲ ਜੀਵਨ ਸ਼ੁਰੂ ਹੁੰਦਾ ਹੈ ਤੇ ਸਾਰਾ ਪਰਿਵਾਰ ਫਿਰ ਤੋਂ ਖੁਸ਼ੀਆਂ ਖੇੜਿਆਂ ਦੇ ਵਿੱਚ ਪਰਤਾਉਂਦਾ ਹੈ। तो कहानी की दसदी है कि जे समस्या आई है तो सुधार की आशा रख के सुधार दे लई यतन करने चाहिए। गतिशीलता साडी सुधार वाले पासे लगातार होनी चाहिए। सो सोझी की मिलती है कि नशा बुराइयां दा जन्म दिता है। एक नशा कई बुराइयां नूं जन्म दे दिंदा है, परिवारां दे परिवारां नूं तोड़ दिंदा है। आर्थिक बुराइयां, समाजिक बुराइयां। सोझी की मिलती है कि नशा मनोदृढ़ता दे नाल, मन के पक्के इरादे दे नाल, मजबूत इरादे दे नाल असीं दूर कर सकते हैं। इस बुराई तो असीं दूर रह सकते हैं। जे कोई नशेड़ी है तो जिहदा मन का पक्का इरादा बन जाता है कि उन्हें किसी किस्म का नशा नहीं करना, तो कोई दुनिया की ताकत उस नशे के राह पे नहीं तोड़ सकती। सब तो वड्डी गल अगली गल कि हर जी का रोल है, हर समाज के व्यक्ति का रोल की है कि वह भूआ वांग ਨੂੰਹਾਂ ਤੇ ਗੁਰਦਿੱਤਿਓਂ ਵਰਗਾ ਕਾਰਜ ਨਿਭਾਉਣ, ਸੁਧਾਰਕ ਕਾਰਜ ਕਰਨ, ਸਮਾਜ ਨੂੰ ਸੁਧਾਰ ਦੇ ਰਾਹ ਤੇ ਲਿਆਉਣ ਦਾ ਯਤਨ ਕਰਨ, ਚਾਹੇ ਉਹ ਆਪਣੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਹਨ, ਚਾਹੇ ਉਹ ਸਮਾਜ ਦੇ ਵਿੱਚ ਹਨ। ਸੋ ਇਹ ਕਹਾਣੀ ਸਾਨੂੰ ਇਹ ਸਿੱਖਿਆ ਵੀ ਦਿੰਦੀ ਹੈ ਕਿ ਭੂਆ ਦੇ ਪਤੀ ਦੋ ਹੋਰ ਪੁੱਤਰਾਂ ਸਮੇਤ ਮਨਜੀਤ ਵਰਗੇ ਉਸ ਕਿਰਦਾਰ ਦਾ ਤਿਆਗ ਕਰਨ ਦੀ ਲੋੜ ਹੈ ਜਿਸ ਕਿਰਦਾਰ ਦੇ ਵਿੱਚ ਨਸ਼ਾ ਸੀ, ਕਿਉਂਕਿ ਉਸ ਨਸ਼ੇ ਨੇ ਉਜਾੜਾ ਕੀਤਾ। ਔਰ ਮਨਜੀਤ ਸੁਧਰਿਆ ਹੋਇਆ ਜੋ ਕਿਰਦਾਰ ਹੈ ਮਨਜੀਤ ਦਾ, ਉਸ ਨੂੰ ਵੀ ਅਪਣਾਉਣ ਦੀ ਲੋੜ ਹੈ। ਉਹ ਮਿਹਨਤੀ ਕਿਰਦਾਰ ਹੈ ਅਖੀਰ ਤੇ, ਤੋਂ ਮਿਹਨਤ ਨੂੰ ਜਗਾਉਣ ਦੀ ਲੋੜ ਹੈ। ਬੁਰੀ ਸੰਗਤ ਦਾ ਤਿਆਗ ਕਰਨ ਦੀ ਲੋੜ ਹੈ, ਬੁਰੀ ਸੰਗਤ ਤੋਂ ਬਚਣ ਦੀ ਲੋੜ ਹੈ ਤੇ ਦ੍ਰਿਸ਼ਟੀ ਸਾਡੀ ਸੁਧਾਰਕ ਹੋਣੀ ਚਾਹੀਦੀ ਹੈ। ਸਮਾਜ ਨੂੰ ਸੁਧਾਰਨ ਵਾਲੀ, ਸਮਾਜ ਨੂੰ ਚੰਗੇ ਰਾਹ ਤੇ ਪਾਉਣ ਵਾਲੀ। ਆਓ ਇਸ ਕਹਾਣੀ ਦੇ ਆਧਾਰ ਤੇ, ਇਸ ਲੈਕਚਰ ਦੇ ਆਧਾਰ ਤੇ ਮੈਂ ਤੁਹਾਡੇ ਨਾਲ ਅਭਿਆਸ ਵਜੋਂ ਕੁਝ ਪ੍ਰਸ਼ਨ ਸਾਂਝੇ ਕਰਾਂ। ਪਹਿਲਾ ਪ੍ਰਸ਼ਨ ਹੈ ਕਿ ਕੋਈ ਦੋ ਸਮਾਜਿਕ ਬੁਰਾਈਆਂ ਦੇ ਨਾਂ ਲਿਖੋ। ਇਹ ਸਮਾਜਿਕ ਬੁਰਾਈਆਂ ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਹਾਣੀ ਦੇ ਆਧਾਰ ਤੇ ਤੁਸੀਂ ਦੱਸੋ। ਦੂਸਰਾ ਪ੍ਰਸ਼ਨ ਹੈ ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਹਾਣੀ ਵਿੱਚ ਦੋ ਪੁੱਤਰਾਂ ਦੀ ਮੌਤ ਕਿਉਂ ਹੁੰਦੀ ਹੈ। ਇਸ ਕਹਾਣੀ ਦੇ ਆਧਾਰ ਤੁਸੀਂ ਆਪਣੀਆਂ ਕਾਪੀਆਂ ਤੇ ਲਿਖਣਾ ਹੈ ਔਰ ਆਪਣੇ ਅਧਿਆਪਕ ਜੀ ਦੀ ਯੋਗ ਅਗਵਾਈ ਲੈਣੀ। ਤੀਸਰਾ ਪ੍ਰਸ਼ਨ ਹੈ ਕਪੁੱਤਾਂ ਨਾਲੋਂ ਤਾਂ ਨੂੰਹਾਂ ਚੰਗੀਆਂ ਕਹਾਣੀ ਵਿੱਚ ਕੋਈ ਇੱਕ ਪਾਤਰ ਦਾ ਨਾਮ ਦੱਸੋ ਜਿਸ ਦੀ ਸੋਚ ਸੁਧਾਰਕ ਸੀ। ਜਿਹੜੇ ਹਨ ਮੈਂ ਆਸ ਕਰਦਾ ਹਾਂ ਕਿ ਇਹਨਾਂ ਪ੍ਰਸ਼ਨਾਂ ਦੇ ਜਵਾਬ ਬੜੀ ਸੋਝੀ ਦੇ ਨਾਲ ਤੁਸੀਂ ਦਿਓਗੇ ਤੇ ਇਹ ਜਿਹੜੀਆਂ ਬੁਰਾਈਆਂ ਹਨ ਸਮਾਜ ਦੇ ਵਿੱਚ, ਇਹਨਾਂ ਬੁਰਾਈਆਂ ਤੋਂ ਦੂਰ ਰਹਿ ਕੇ ਸੁਧਾਰਕ ਦ੍ਰਿਸ਼ਟੀ ਦੇ ਨਾਲ ਸਮਾਜ ਸੁਧਾਰ ਦੇ ਵਿੱਚ ਆਪਣਾ ਵੱਡਾ ਰੋਲ ਅਦਾ ਕਰੋਗੇ। ਇਸੇ ਆਸ ਦੇ ਨਾਲ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।